ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਅੱਜ ਸਾਡੇ ਖਾਸ ਮਹਿਮਾਨ ਹਨ ਪੰਜਾਬੀ ਫਿਲਮ ਡਾਇਰੈਕਟਰ ਨਵਤੇਜ ਸੰਧੂ, ਜਿਨ੍ਹਾਂ ਦੀਆਂ ਪਹਿਲਾਂ 3 ਪੰਜਾਬੀ ਫਿਲਮਾਂ ਕੈਨਸ ਫਿਲਮ ਫੈਸਟੀਵਲ ਦੇ ਵਿੱਚ ਪਹੁੰਚੀਆਂ ਸਨ ਤੇ ਹੁਣ ਉਹ ਆਪਣੀ ਪਹਿਲੀ ਪੰਜਾਬੀ ਫੀਚਰ ਫਿਲਮ ਰਿਲੀਜ਼ ਕਰਨ ਜਾ ਰਹੇ ਹਨ, ਜਿਸ ਦਾ ਨਾਮ ਹੈ ਜਮਰੌਦ। ਇਸੇ ਸੰਬੰਧੀ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ ਪੰਜਾਬੀ ਤੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਔਰ ਪੀਟੀਸੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਨਵਤੇਜ ਜੀ, ਤੁਹਾਡੀ ਪਹਿਲੀ ਪੰਜਾਬੀ ਫੀਚਰ ਫਿਲਮ ਜਿਹੜੀ ਹੈ ਉਹ ਰਿਲੀਜ਼ ਹੋਣ ਜਾ ਰਹੀ ਹੈ। ਇਹ ਕਹਾਣੀ ਜਿਹੜੀ ਹੈ ਵਰਿਆਮ ਸਿੰਘ ਸੰਧੂ, ਜੋ ਪੰਜਾਬ ਦੇ ਬਹੁਤ ਹੀ ਮੰਨੇ ਪ੍ਰਮੰਨੇ ਰਾਈਟਰ ਲੇਖਕ ਹੈਗੇ ਨੇ, ਉਹਨਾਂ ਦੀ ਕਿਤਾਬ ਦੇ ਉੱਤੇ ਨਿਰਧਾਰਿਤ ਹੈਗੀ ਹੈ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਜਮਰੌਦ ਕੀ ਹੈ? ਜਮਰੌਦ ਕੀ ਹੈ, ਇਹ ਕੁਐਸਚਨ ਸਾਨੂੰ ਹਰ ਜਾਣਾ ਪੁੱਛਦਾ ਹੈ, ਕਿਉਂਕਿ ਇਹ ਪੁੱਛਣਾ ਵੀ ਚਾਹੀਦਾ। ਔਰ ਤੁਹਾਡਾ ਕੁਐਸਚਨ ਵੀ ਬਹੁਤ ਅੱਛਾ ਹੈ। ਐਕਚੁਅਲੀ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹਨਾਂ ਨੂੰ ਸ਼ਾਇਦ ਪਤਾ ਹੀ ਨਹੀਂ ਹੈ ਕਿ ਜਮਰੌਦ ਕੀ ਹੈ ਜੀ। ਜਮਰੌਦ ਐਕਚੁਅਲੀ ਇੱਕ ਕਿਲੇ ਦਾ ਨਾਮ ਹੈ ਜਿਹੜਾ ਕਿ ਹਰੀ ਸਿੰਘ ਨਲਵੇ ਨੇ ਬਣਾਇਆ ਸੀ। ਔਰ ਇਹ ਜਿਹੜਾ ਅਸੀਂ ਟਾਈਟਲ ਲਿਆ ਜਮਰੌਦ, ਇਹ ਜਿਸ ਤਰ੍ਹਾਂ ਤੁਸੀਂ ਪਹਿਲੇ ਦੱਸਿਆ ਸੀ ਕਿ ਸਰਦਾਰ ਵਰਿਆਮ ਸਿੰਘ ਸੰਧੂ ਜੀ ਪੰਜਾਬੀ ਲਿਟਰੇਚਰ ਦੇ ਬਹੁਤ ਵੱਡਾ ਨਾਮ ਹੈ ਨਾ, ਉਹਨਾਂ ਨੂੰ ਕਿਸੇ ਇੰਟਰੋਡਕਸ਼ਨ ਦੀ ਲੋੜ ਹੀ ਨਹੀਂ ਜੀ। ਉਹਨਾਂ ਦੀ ਲਿਖੀ ਕਹਾਣੀ ਹੈ ਜਮਰੌਦ। ਤੁਸੀਂ ਉਹਨੂੰ ਮਿਨੀ ਨੋਵਲ ਵੀ ਕਹਿ ਸਕਦੇ ਹੋ। 80-90 ਪੇਜ ਦੀ ਸਟੋਰੀ ਹੈ, ਬਹੁਤ ਹੀ ਜ਼ਿਆਦਾ ਇਮੋਸ਼ਨਲ। ਔਰ ਉਹਦਾ ਓਰੀਜਨਲ ਟਾਈਟਲ ਜਮਰੌਦ ਹੈ, ਉਹ ਸਟੋਰੀ ਦਾ ਵੀ। ਜਮਰੌਦ ਐਕਚੁਅਲੀ ਸਿੰਬਲ ਆਫ ਸਟਰੈਂਥ ਹੈ, ਅਸੀਂ ਕਹਿ ਸਕਦੇ ਹਾਂ। ਇਹ ਅਸੀਂ ਸਿੰਬੋਲਿਕ ਨਾਮ ਉਹਦੇ ਤੋਂ ਵੀ ਲਿਆ। ਜਿਸ ਤਰ੍ਹਾਂ ਕਹਿੰਦੇ ਕਿਉਂ ਹੈ ਸਿੰਬਲ ਆਫ ਸਟਰੈਂਥ, ਵੀ ਜਿਹੜਾ ਜਮਰੌਦ ਦਾ ਕਿਲ੍ਹਾ ਐਕਚੁਅਲੀ ਬਣਿਆ ਹੋਇਆ ਨਾ, ਉਹਦੇ ਬਾਰੇ ਹਿਸਟਰੀ 'ਚ ਵੀ ਲਿਖਿਆ ਕਿ ਉਹਨੂੰ ਵਰਲਡ ਦੀ ਕੋਈ ਵੀ ਫੌਜ ਉਹਦੇ ਉੱਤੇ ਆਪਣਾ ਝੰਡਾ ਨਹੀਂ ਚਲਾ ਸਕੀ, ਉਹਨੂੰ ਜਿੱਤ ਨਹੀਂ ਸਕੀ। ਕਿਉਂ? ਕਿਉਂਕਿ ਉਹ ਬਣਿਆ ਹੀ ਇੰਨਾ ਸਟਰੋਂਗਲੀ ਹੈ, ਉਹਦੇ ਉੱਤੇ ਕੋਈ ਫਤਿਹ ਨਹੀਂ ਉਹਨੂੰ ਕਰ ਪਾਇਆ। ਸੋ ਸੇਮ ਸਾਡੀ ਸਟੋਰੀ ਦੇ ਨਾਲ ਇਹਦੀ ਜਾਂਦਾ ਹੈ ਵੀ ਸਾਡੀ ਜੋ ਸਟੋਰੀ ਹੈ ਉਹ ਇੱਕ ਫਾਦਰ ਔਰ ਸਨ ਦੀ ਕਹਾਣੀ ਹੈ, ਬਾਪ ਬੇਟੇ ਦੀ ਕਹਾਣੀ ਹੈ। ਕਿਹੜੇ ਹਾਲਾਤਾਂ 'ਚ ਉਹ ਬਾਪ ਨੂੰ ਜਮਰੌਦ ਦੇ ਕਿਲੇ ਵਾਂਗੂ ਮੈਂਟਲੀ ਸਟਰੋਂਗ ਹੋ ਕੇ ਉਸ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈਂਦਾ। ਔਰ ਜਦੋਂ ਇਹ ਕਹਾਣੀ ਦੀ ਮੈਂ ਸਰਦਾਰ ਵਰਿਆਮ ਸਿੰਘ ਸੰਧੂ ਜੀ ਨਾਲ ਗੱਲ ਕੀਤੀ ਕਿ ਸਰ ਮੈਂ ਤੁਹਾਡੀ ਇਸ ਕਹਾਣੀ ਦੇ ਉੱਤੇ ਫੀਚਰ ਫਿਲਮ ਕਰਨੀ ਚਾਹੁੰਦਾ, ਉਹਨਾਂ ਨੇ ਮੇਰੀਆਂ ਪਹਿਲੀਆਂ ਮੂਵੀਜ਼ ਦੇਖੀਆਂ ਹੋਈਆਂ ਸੀ ਤੇ ਉਹਨਾਂ ਨੇ ਇੱਕਦਮ ਮੈਨੂੰ ਕਿਹਾ ਵੀ ਥਾਪੀ ਦਿੱਤੀ, ਕਰ ਬੇਟਾ ਤੂੰ ਬਣਾ ਦੇ ਉੱਤੇ, ਤੂੰ ਵੀ ਸੰਧੂ ਮੈਂ ਵੀ ਸੰਧੂ, ਆਪਾਂ ਜਮਰੌਦ ਦਾ ਕਿਲ੍ਹਾ ਫਤਿਹ ਕਰਦੇ, ਤੂੰ ਬਣਾ ਦੇ ਉੱਤੇ। ਪਰ ਉਹਨਾਂ ਨੇ ਨਾਲ ਕਿਹਾ ਕਿ ਮੇਰੀ ਇੱਕ ਸ਼ਰਤ ਹੈ, ਇਹਦੇ ਰਾਈਟਸ ਤੈਨੂੰ ਮੈਂ ਦੇ ਰਿਹਾ, ਸਭ ਕੁਝ ਦੇ ਰਿਹਾ, ਇਸ ਕਹਾਣੀ ਦਾ ਫਿਲਮ ਦਾ ਟਾਈਟਲ ਜਮਰੌਦ ਹੀ ਰੱਖਣਾ। ਟਾਈਟਲ ਜਮਰੌਦ ਰੱਖੋ, ਕਿਉਂਕਿ ਇਹ ਕਹਾਣੀ ਜਿਨ੍ਹਾਂ ਨੇ ਪੜ੍ਹੀ ਹੋਈ ਹੈ ਉਹਨਾਂ ਨੂੰ ਪਤਾ ਕਿ ਜਮਰੌਦ ਕਿੰਨੀ ਇਹਦੇ ਨਾਲ ਮੈਚ ਕਰਦੀ, ਕਿਉਂ ਇਹਦਾ ਨਾਮ ਜਮਰੌਦ ਆਫ ਮੂਵੀ ਦੇਖ ਕੇ ਪਤਾ ਚੱਲੇਗਾ। ਸੋ ਤਾਂ ਅਸੀਂ ਇਹਦਾ ਟਾਈਟਲ ਜਮਰੌਦ ਹੀ ਰੱਖਿਆ। ਨਵਤੇਜ ਜੀ, ਤੁਸੀਂ ਹਮੇਸ਼ਾ ਹੀ ਸੋਸ਼ਲ ਇਸ਼ੂਜ਼ ਜਾਂ ਰਿਐਲਿਟੀ ਵਾਲੇ ਮੁੱਦੇ ਜਿਹੜੇ ਨੇ ਚੁੱਕੇ ਨੇ, ਔਰ ਜਮਰੌਦ ਵੀ ਅਜਿਹਾ ਹੀ ਟੌਪਿਕ ਹੈਗਾ। ਸੋ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਹ ਟੌਪਿਕ ਤੁਸੀਂ ਕਿਉਂ ਚੂਜ਼ ਕੀਤਾ, ਐਂਡ ਜੋ ਕੁਲਜਿੰਦਰ ਸਿੰਘ ਸਿੱਧੂ ਹੈਗੇ ਨੇ ਜੋ ਇਸ ਫਿਲਮ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ, ਉਹ ਇਸ ਕਰੈਕਟਰ ਨੂੰ ਪਲੇ ਕਰਨ ਲਈ ਸਹੀ ਸੀਗੇ? ਹਾਂਜੀ, ਇਹਦੇ ਵਿੱਚ ਪਹਿਲਾਂ ਤਾਂ ਤੁਹਾਡਾ ਕੁਐਸਚਨ ਸੀ ਕਿ ਇਹੀ ਕਹਾਣੀ ਕਿਉਂ। ਮੈਂ ਐਕਚੁਅਲੀ ਤੁਸੀਂ ਮੇਰਾ ਪਿਛਲਾ ਰਿਕਾਰਡ ਦੇਖੋ, ਮੈਂ ਜਿੰਨੀਆਂ ਵੀ ਸ਼ਾਰਟ ਮੂਵੀਜ਼ ਕੀਤੀਆਂ ਨੇ ਅਵਾਰਡ ਵਿਨਿੰਗ, ਸਾਰਾ ਬਹੁਤ ਸੋਹਣਾ ਰਿਹਾ। ਉਹ ਸਾਰੀਆਂ ਲਿਟਰੇਚਰ ਬੇਸਡ ਸਟੋਰੀਜ਼ ਸੀਗੀਆਂ ਜੀ। ਪਹਿਲੀ ਮੈਂ ਕੀਤੀ ਨੂਰਾਂ, ਬਲਵੰਤ ਗਾਰਗੀ ਜੀ ਦੀ ਕਹਾਣੀ ਸੀ। ਦੈਨ ਮੈਂ ਕੀਤੀ ਕੰਬ ਦੀ ਡੋੜੀ, ਜਸਵੰਤ ਸਿੰਘ ਕੰਵਲ ਜੀ ਦੀ ਕਹਾਣੀ ਸੀ। ਫਿਰ ਮੈਂ ਕੀਤੀ ਡਾਟਰ ਆਫ ਦਾ ਬਿਨ, ਉਹ ਡਾਕਟਰ ਜਤਿੰਦਰ ਬਰਾੜ ਜੀ ਦੀ ਕਹਾਣੀ। ਫਿਰ ਮੈਂ ਕੀਤੀ ਗਵਾਚੀ ਪੱਗ, ਉਹ ਵੀ ਜਸਵੰਤ ਸਿੰਘ ਕੰਵਲ ਜੀ ਦੀ ਕਹਾਣੀ। ਫਿਰ ਮੈਂ ਪੀਟੀਸੀ ਬਾਕਸ ਆਫਿਸ ਲਈ ਕੀਤੀ ਸੀ ਭੁਲੇਖਾ, ਉਹ ਵੀ ਜਸਵੰਤ ਸਿੰਘ ਕੰਵਲ ਜੀ ਦੀ ਕਹਾਣੀ ਸੀ। ਸੋ ਮੇਰਾ ਇਹ ਬਹੁਤ ਸਟਰੋਂਗਲੀ ਮੰਨਣਾ ਹੈ ਕਿ ਸਾਡੇ ਪੰਜਾਬੀ ਲਿਟਰੇਚਰ 'ਚ ਇੰਨਾ ਕੁਝ ਪਿਆ ਹੋਇਆ, ਜੇ ਅਸੀਂ ਉਹਨਾਂ 'ਤੇ ਵੀ ਕੰਟੈਂਟ ਲੈ ਕੇ ਉਹਦੇ ਤੋਂ ਸਟੋਰੀਜ਼ ਲੈ ਕੇ ਬਣਾਈਏ ਤਾਂ ਪਤਾ ਨਹੀਂ ਆਉਣ ਵਾਲੀ ਕਿੰਨੇ ਸਾਲਾਂ ਤੱਕ ਸਾਡੇ ਕੋਲ ਕੰਟੈਂਟ ਖਤਮ ਹੀ ਨਹੀਂ ਹੋਣਾ। ਬਹੁਤ ਅੱਛੀਆਂ ਕਹਾਣੀਆਂ। ਸੋ ਮੈਂ ਲਿਟਰੇਚਰ ਹੀ ਪੜ੍ਹਦਾ ਗਿਆ, ਕਿਉਂਕਿ ਜਦੋਂ ਮੇਰੀਆਂ ਸ਼ਾਰਟ ਮੂਵੀਜ਼ ਹੋਈਆਂ ਬਹੁਤ ਅੱਛਾ ਰਿਸਪੌਂਸ ਮਿਲਿਆ। ਮੈਂ ਫੀਚਰ ਫਿਲਮ ਦੀ ਤਿਆਰੀ ਸ਼ੁਰੂ ਕੀਤੀ ਤਾਂ ਜਿਹੜੇ ਮੇਰੇ ਕਹਿ ਲਓ ਕਿ ਆਡੀਅנס ਸੀ, ਉਹਦੀ ਐਕਸਪੈਕਟੇਸ਼ਨ ਬਹੁਤ ਹਾਈ ਸੀ। ਮੈਨੂੰ ਵੀ ਇਹ ਸੀ ਕਿ ਹੁਣ ਮੈਂ ਉਹਨਾਂ ਤੋਂ ਇੱਕ ਸਟੈਪ ਉੱਪਰ ਹੀ ਕਹਾਣੀ ਕੋਈ ਹੋਏਗੀ, ਫਿਰ ਫੀਚਰ ਫਿਲਮ ਅੱਛੀ ਕਰਾਂਗੇ। ਅਤੇ ਫਿਰ ਜਦੋਂ ਮੈਂ ਜਮਰੌਦ ਪੜ੍ਹੀ ਤਾਂ ਮੈਂ ਉਸ ਵੇਲੇ ਬਾਕੀ ਸਭ ਬੰਦ ਕਰਤਾ। ਮੈਂ ਕਿਹਾ ਨਹੀਂ, ਬਸ ਇਹੋ ਹੀ ਹੈ ਜਮਰੌਦ, ਇਹੋ ਹੀ ਮੇਰਾ ਡਰੀਮ ਪ੍ਰੋਜੈਕਟ ਹੈ। ਇਸੇ ਨੂੰ ਲੈ ਕੇ ਮੈਂ ਆਪਣਾ ਡੈਬਿਊ ਕਰਾਂਗਾ ਐਜ਼ ਅ ਫੀਚਰ ਫਿਲਮ, ਕਿਉਂਕਿ ਕਹਿ ਸਕਦੇ ਹੋ ਕਿ ਮੇਰੇ ਜ਼ੋਨਰ ਦੀ ਪਿਕਚਰ ਹੈ। ਇਮੋਸ਼ਨਸ ਨੂੰ ਐਕਸਪ੍ਰੈਸ ਕਰਨਾ, ਉਹ ਜਿਸ ਤਰੀਕੇ ਦਾ ਮੈਂ ਮੀਨਿੰਗਫੁਲ ਸਿਨੇਮਾ ਚਾਹੁੰਦਾ ਸੀ, ਇਹ ਕਹਾਣੀ ਐਗਜ਼ੈਕਟ ਉਹੀ ਸੀ ਜੋ ਮੈਂ ਡਰੀਮ ਪ੍ਰੋਜੈਕਟ ਆਪਣਾ ਚਾਹੁੰਦਾ ਸੀ ਮੇਰਾ ਹੋਏ। ਸੋ ਦੈਟਸ ਵਾਈ ਮੈਂ ਇਹੀ ਕਹਾਣੀ ਫਾਈਨਲ ਕੀਤੀ ਜਮਰੌਦ। ਸੈਕਿੰਡ ਆ ਗਿਆ ਕਿ ਕੁਲਜਿੰਦਰ ਸਿੱਧੂ ਜੀ, ਉਹਨਾਂ ਦੀ ਸਿਲੈਕਸ਼ਨ ਜਾਂ ਉਹੀ ਕਿਉਂ ਇਸ ਕਰੈਕਟਰ ਲਈ।
ਉਹਦਾ ਰੀਜ਼ਨ ਇਹ ਹੈ ਕਿ ਇੱਕ ਤਾਂ ਕੁਲਜਿੰਦਰ ਸਿੱਧੂ ਜੀ ਨੇ ਪਹਿਲੇ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਪੰਜਾਬੀ ਮੂਵੀਜ਼ ਦੇ ਵਿੱਚ। ਉਹਨਾਂ ਦੀਆਂ ਜਿਸ ਤਰ੍ਹਾਂ ਪਹਿਲੀਆਂ ਵੀ ਅਸੀਂ ਮੂਵੀਜ਼ ਦੇਖੀਏ, ਕੁਝ ਐਸੇ ਥੀਮ ਦੇ ਉੱਤੇ ਸੀਗੀਆਂ ਤੇ ਬਹੁਤ ਹੀ ਸਕਸੈਸਫੁਲ ਵੀ ਰਹੀਆਂ, ਔਰ ਉਹ ਦੇਖ ਕੇ ਲੱਗਦਾ ਸੀ ਕਿ ਇਹ ਜਿਹੜਾ ਲੜਕਾ ਹੈ ਜਾਂ ਇਹ ਕਰੈਕਟਰ ਹੈ ਜਾਂ ਇਹ ਐਕਟਰ ਹੈ, ਇਹਨਾਂ ਦੇ ਫੇਸ ਰੀਡਿੰਗ, ਇਹਨਾਂ ਦੀ ਫੇਸ ਦੀ, ਇਹਨਾਂ ਦੀ ਬਾਡੀ ਲੈਂਗੁਏਜ ਇਦਾਂ ਦੀ ਸੀ ਕਿ ਸ਼ਾਇਦ ਉਹ ਇੱਕ ਅਲੱਗ ਹੀ ਲੈਂਗੁਏਜ ਬੋਲਦੇ ਸੀ। ਉਹਨਾਂ ਦੀ ਜਿੱਦਾਂ ਪੀੜ ਉਹਨਾਂ ਦੀ ਦਿਖਦੀ ਸੀ ਉਹਨਾਂ ਦੇ ਕੰਮ ਦੇ ਵਿੱਚ। ਉਹਦਾ ਰੀਜ਼ਨ ਹੈ ਕਿ ਜਿਨ੍ਹਾਂ ਨੂੰ ਪਤਾ ਵੀ ਇਹਨਾਂ ਨੇ ਆਪਣੀ ਪਰਸਨਲ ਲਾਈਫ ਦੇ ਵਿੱਚ ਵੀ ਕਾਫੀ ਕੁਝ ਉਸ ਦੌਰ ਦੀ ਜੋ ਇਨਸੀਡੈਂਟ ਸੀ, ਇਹਨਾਂ ਦੀ ਫੈਮਿਲੀ ਨੇ, ਕੁਲਜਿੰਦਰ ਸਿੱਧੂ ਭਾਜੀ ਦੀ, ਇਹਨਾਂ ਨੇ ਖੁਦ ਬਹੁਤ ਹੰਡਾਇਆ। ਸੋ ਇਹ ਇਹਨਾਂ ਤੋਂ ਬੈਟਰ ਇਸ ਕਰੈਕਟਰ ਨੂੰ ਹੋਰ ਕੋਈ ਐਕਟਰ ਕਰ ਨਹੀਂ ਸੀ ਸਕਦਾ। ਦੈਟਸ ਵਾਈ ਮੇਰੇ ਮਾਈਂਡ ਦੇ ਵਿੱਚ ਜਦੋਂ ਇਹ ਕਰੈਕਟਰ ਲਿਖਿਆ ਜਾ ਰਿਹਾ ਸੀ ਤੇ ਸਿਵਾਏ ਕੁਲਜਿੰਦਰ ਸਿੱਧੂ ਦੇ ਹੋਰ ਕੋਈ ਐਕਟਰ ਨਹੀਂ ਸੀ। ਜੀ ਸੋ ਜਮਰੌਦ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਿਲਾ ਹੈਗਾ ਔਰ ਇੰਡੀਆ ਦੇ ਵਿੱਚ ਬਹੁਤ ਅਹਿਮ ਇਤਿਹਾਸ ਇੱਕ ਪਲੇ ਕਰਦਾ ਹੈਗਾ, ਇਤਿਹਾਸ ਜੁੜਿਆ ਹੋਇਆ ਹੈ ਇਹਦੇ ਨਾਲ। ਸੋ ਇਸ ਕਹਾਣੀ ਨੂੰ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਰਿਲੇਟ ਕੀਤਾ ਗਿਆ ਹੈ? ਇਹ ਜਿਹੜੀ ਕਹਾਣੀ ਐਕਚੁਅਲੀ ਵਰਿਆਮ ਸਿੰਘ ਸੰਧੂ ਜੀ ਨੇ ਲਿਖੀ ਹੈ ਨਾ, ਇਹ ਕਹਾਣੀ ਐਕਚੁਅਲੀ ਹੈਗੀ ਹੈ 1988 ਤੋਂ ਲੈ ਕੇ 1995 ਤੱਕ ਦੀ। ਉਸ ਦੌਰ ਦੀ ਕਹਾਣੀ ਹੈ ਜਦੋਂ ਪੰਜਾਬ ਬਹੁਤ ਔਖੇ ਟਾਈਮ ਚੋਂ ਨਿਕਲ ਰਿਹਾ ਸੀ ਜੀ। ਸੋ ਉਹ ਕਹਿ ਸਕਦੇ ਹੋ ਕਿ ਇੱਕ ਇਲੀਗਲ ਮਾਈਗ੍ਰੇਸ਼ਨ ਵੀ ਉਦੋਂ ਹੁੰਦੀ ਸੀ, ਕਿਉਂਕਿ ਜਵਾਨ ਮੁੰਡਿਆਂ ਨੂੰ ਪੇਰੈਂਟਸ ਨੇ ਬਚਾਉਣ ਵਾਸਤੇ ਬਾਹਰਲੀਆਂ ਕੰਟਰੀ 'ਚ ਭੇਜਣਾ ਸ਼ੁਰੂ ਕਰਤਾ ਸੀ, ਹੈ ਨਾ। ਕਦੀ ਪੁਲਿਸ ਤੋਂ, CRP ਤੋਂ ਡਰ, ਕਦੀ ਦੂਸਰੇ ਪਾਸੇ ਤੋਂ ਡਰ ਹੁੰਦਾ ਸੀ। ਸੋ ਆਪਣੇ ਬੱਚਿਆਂ ਨੂੰ, ਜਵਾਨ ਮੁੰਡਿਆਂ ਨੂੰ ਤਾਂ ਵੈਸੇ ਹੀ ਬਹੁਤ ਰਿਸਕ ਹੁੰਦਾ ਸੀ। ਸੋ ਇਹ ਉਸ ਟਾਈਮ ਦੀ ਕਹਾਣੀ ਹੈ ਔਰ ਕਲੋਜ਼ ਟੂ ਰਿਐਲਿਟੀ ਹੈ ਕਹਾਣੀ ਇਹ ਵਾਲੀ, ਔਰ ਇੱਕ ਤਰ੍ਹਾਂ ਦੀ ਉਸ ਇਮੀਗ੍ਰੇਸ਼ਨ ਦੀ, ਇਲੀਗਲ ਇਮੀਗ੍ਰੇਸ਼ਨ ਦੀ ਕਹਾਣੀ ਹੈ। ਬਟ ਉਹਦੇ 'ਚ ਕਿਹੜੇ ਟਵਿਸਟ ਐਂਡ ਟਰਨਸ ਆਉਂਦੇ ਆ, ਫਾਦਰ ਔਰ ਸਨ ਦੀ ਕੀ ਉਹਦੇ ਵਿੱਚ ਚੱਲਦੀ ਹੈ ਕਸ਼ਮਕਸ਼, ਇਹ ਸਾਰੀ ਕਹਾਣੀ ਉਹ ਤੁਹਾਨੂੰ ਮੂਵੀ ਦੇਖ ਕੇ ਪਤਾ ਚੱਲੇਗੀ। ਬਾਕੀ ਜਿਨ੍ਹਾਂ ਨੇ ਜਮਰੌਦ ਪੜ੍ਹੀ ਹੋਈ ਹੈ ਕਹਾਣੀ, ਉਹ ਜਾਣਦੇ ਆ ਕਿ ਇਹ ਕਿੰਨੀ ਸਟਰੋਂਗ ਕਹਾਣੀ ਹੈ। ਜੀ ਸੋ ਮਿਲੀਟੈਂਸੀ ਮੂਵਮੈਂਟਸ ਦਾ ਜ਼ਿਕਰ ਕੀਤਾ ਗਿਆ ਹੈ, ਇਲੀਗਲ ਇਮੀਗ੍ਰੇਸ਼ਨ ਦਾ ਜ਼ਿਕਰ ਕੀਤਾ ਗਿਆ ਹੈ, ਪਰ ਇਸ ਤਰ੍ਹਾਂ ਸਟੋਰੀਜ਼ ਪਹਿਲਾਂ ਵੀ ਬਣੀਆਂ ਹੈਗੀਆਂ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਫਿਲਮ ਜਿਹੜੀ ਹੈ ਉਹ ਕਿਸ ਤਰ੍ਹਾਂ ਅੱਡ ਹੈਗੀ ਹੈ ਬਾਕੀਆਂ ਉਹਨਾਂ ਫਿਲਮਾਂ ਤੋਂ? ਬਿਲਕੁਲ, ਇਸ ਮੂਵੀ ਦੀ ਖਾਸੀਅਤ ਇਹ ਹੈ ਕਿ ਇਹਦੇ 'ਚ ਜਿਹਨੂੰ ਆਪਾਂ ਮਿਲੀਟੈਂਸੀ ਕਹਿ ਲੈਂਦੇ ਆ, ਉਸ ਟੌਪਿਕ ਨੂੰ ਅਸੀਂ ਟੱਚ ਹੀ ਨਹੀਂ ਕੀਤਾ, ਬਿਲਕੁਲ ਨਹੀਂ ਕੀਤਾ। ਇਹ ਉਸ ਟਾਈਮ ਦੀ ਜ਼ਰੂਰ ਹੈ ਕਹਾਣੀ, ਬਟ ਜ਼ਰੂਰੀ ਨਹੀਂ ਕਿ ਮਿਲੀਟੈਂਸੀ ਹੀ ਹੋਏਗੀ ਤਾਂ ਹੀ ਅਸੀਂ ਉਸ ਚੀਜ਼ ਨੂੰ ਦਿਖਾ ਸਕਦੇ ਹਾਂ। ਨੋ, ਅਸੀਂ ਬਿਨਾਂ ਦਿਖਾਏ ਵੀ ਉਸ ਚੀਜ਼ ਨੂੰ ਡਿਪਿਕਟ ਕਰ ਸਕਦੇ ਹਾਂ। ਸਾਡੇ ਕਰੈਕਟਰਸ ਦੀ ਜੋ ਪੀੜ ਸੀ, ਜੋ ਉਸ ਫੈਮਿਲੀ ਦੇ ਉੱਤੇ ਜੋ ਪ੍ਰੋਬਲਮਸ ਆਈਆਂ, ਅਸੀਂ ਉਸ ਚੀਜ਼ ਨੂੰ ਇਸ ਕਹਾਣੀ ਦੇ ਥਰੂ ਦਿਖਾਇਆ। ਇਸ ਫਿਲਮ ਦੀ ਖਾਸੀਅਤ ਹੀ ਹੈ, ਅਸੀਂ ਉਸ ਟੌਪਿਕ ਨੂੰ ਟੱਚ ਵੀ ਨਹੀਂ ਕੀਤਾ, ਹਲਕਾ ਜਿਹਾ ਬਸ ਕੋਲੋਂ ਦੀ ਇੰਜ ਕਰਕੇ ਨਿਕਲ ਗਏ, ਦੱਸ ਦਿੱਤਾ ਕਿ ਉਸ ਟਾਈਮ ਦੀ ਸਟੋਰੀ ਹੈ, ਉਹਦਾ ਰੂਟ ਕਾਜ਼ ਕੀ ਹੈ ਕਹਾਣੀ ਦਾ, ਬਸ ਮਾੜਾ ਜਿਹਾ ਟੱਚ ਹੀ ਕੀਤਾ। ਦੈਨ ਅਸੀਂ ਉਸ ਚੀਜ਼ ਨੂੰ ਦੁਬਾਰਾ ਛੇੜਿਆ ਨਹੀਂ ਹੈ। ਫਿਰ ਇਹ ਸਾਰੀ ਮੂਵੀ ਇਮੋਸ਼ਨਸ ਦੀ ਚੱਲਦੀ ਹੈ। ਜੀ ਨਵਤੇਜ ਜੀ, ਤੁਸੀਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਜਿਹੜੀ ਤੁਹਾਡੀ ਫਿਲਮਾਂ ਹੈਗੀਆਂ ਨੇ ਮੋਸਟਲੀ ਤੁਸੀਂ ਲਿਟਰੇਚਰ ਵਿੱਚੋਂ ਪਿਕ ਕਰਦੇ ਹੋ, ਰਿਐਲਿਟੀਜ਼ ਦੇ ਨਾਲ ਕਾਫੀ ਰਿਲੇਟਡ ਹੁੰਦੀਆਂ ਨੇ, ਸੋਸ਼ਲ ਇਸ਼ੂਜ਼ ਤੁਸੀਂ ਪਿਕ ਕਰਦੇ ਹੋ। ਸੋ ਲਿਟਰੇਚਰ ਦੀ ਜੇ ਗੱਲ ਕਰੀ, ਤੁਹਾਨੂੰ ਲੱਗਦਾ ਕਿ ਅੱਜ ਜਿਹੜੀ ਜਨਰੇਸ਼ਨ ਹੈਗੀ ਹੈ ਜਾਂ ਪਿਛਲੇ ਕੁਝ ਸਾਲਾਂ ਦੌਰਾਨ ਜਿਹੜੀ ਸਾਡੀ ਲਿਟਰੇਚਰ ਹੈ ਉਹ ਕਿਤੇ ਨਾ ਕਿਤੇ ਖਤਮ ਹੁੰਦੀ ਜਾ ਰਹੀ ਹੈ? ਦੇਖੋ, ਲਿਟਰੇਚਰ ਤਾਂ ਨਹੀਂ ਖਤਮ ਹੁੰਦਾ ਕਿਤੇ, ਬੋਲੀ ਵੀ ਖਤਮ ਨਹੀਂ ਹੁੰਦੀ, ਤੇ ਨੋ ਡਾਊਟ ਥੋੜੀ ਦੇਰ ਲਈ ਉਹ ਇੱਕ ਲੱਗਦਾ ਕਿ ਡਾਊਨਫਾਲ ਆ ਗਿਆ ਜਾਂ ਲੋ ਲੈਵਲ ਤੇ ਚਲੀ ਗਈ ਹੈ, ਵੀ ਥੱਲੇ ਹੁਣ ਉਸ ਤਰੀਕੇ ਨਾਲ ਨਹੀਂ ਹੈ। ਉਹ ਦੌਰ ਆਂਦਾ ਚੱਲ ਵੀ ਰਿਹਾ, ਕਿਉਂਕਿ ਮੈਂ ਵੀ ਫੀਲ ਕਰਦਾ ਕਿ ਅੱਜ ਲਿਟਰੇਚਰ ਨੂੰ ਜਾਂ ਕਿਤਾਬਾਂ ਨੂੰ ਪੜ੍ਹਨ ਦੇ ਉਨੀ ਜਨਰੇਸ਼ਨ ਇੰਟਰਸਟ ਨਹੀਂ ਲੈ ਰਹੀ, ਹੈ ਨਾ। ਉਹ ਡਿਜੀਟਲ ਹੋ ਗਈ ਹੈ ਹਰ ਪਾਸੇ। ਸੋ ਜਿਸ ਤਰ੍ਹਾਂ ਪਹਿਲੇ ਅੱਜ ਤੋਂ 10 ਸਾਲ 15 ਸਾਲ 20 ਸਾਲ ਪਹਿਲੇ ਹੁੰਦਾ ਸੀ ਕਿ ਹਰ ਇੱਕ ਨੂੰ ਬੁੱਕਸ ਪੜ੍ਹਨ ਦਾ ਸ਼ੌਕ ਹੁੰਦਾ ਸੀ, ਬਹੁਤ ਬੁੱਕਸ, ਲਾਇਬ੍ਰੇਰੀਜ਼ ਹੁੰਦੀਆਂ ਸੀ, ਕਿਤਾਬਾਂ ਵਿਕਦੀਆਂ ਸੀ ਔਰ ਅੱਛੇ ਪਬਲਿਸ਼ਰਸ ਹੁੰਦੇ ਸੀ। ਬਟ ਹੁਣ ਉਹ ਹਰ ਇੱਕ ਚੀਜ਼ ਡਿਜੀਟਲ ਹੁੰਦੀ ਜਾ ਰਹੀ ਹੈ ਔਰ ਹਰ 10 ਸਾਲ ਬਾਅਦ ਜਿਹੜੀ ਨੇਚਰ ਆ ਉਹ ਆਪਣਾ ਬਦਲਦੀ ਹੈ ਰੂਪ। ਹਰ ਸ਼ੌਕ ਦਾ, ਹਰ ਟੇਸਟ ਦਾ 10 ਸਾਲ ਬਾਅਦ ਚੇਂਜ ਆਉਂਦੀ। ਸੋ ਅੱਜ ਦੀ ਅਨਫੋਰਚੂਨੇਟਲੀ ਮੈਂ ਤਾਂ ਕਹੂੰਗਾ ਕਿ ਪਹਿਲੇ ਵਰਗਾ ਇੰਟਰਸਟ ਨਹੀਂ ਹੈ ਜਨਰੇਸ਼ਨ ਦਾ ਵੀ ਉਹ ਪੜ੍ਹਨ, ਲਿਟਰੇਚਰ ਨੂੰ ਪੜ੍ਹਨ। ਸੋ ਇਹ ਫਰਕ ਤਾਂ ਆਇਆ, ਬਟ ਇਹ ਵੀ ਨਿਕਲ ਜਾਏਗਾ ਟਾਈਮ, ਵਾਪਸ ਆਏਗਾ ਦੌਰ, ਕਿਉਂਕਿ ਹਿਸਟਰੀ ਹੈ, ਕਲੌਕ ਹੈ, ਇਹ ਘੁੰਮ ਕੇ ਵਾਪਸ ਉਹ ਟਾਈਮ ਵਾਪਸ ਆਏਗਾ ਜ਼ਰੂਰ। ਜੀ ਨਵਤੇਜ ਜੀ, ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ, ਪਰ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਸਾਡੀ ਗੱਲਬਾਤ ਚੱਲ ਰਹੀ ਹੈ ਪੰਜਾਬੀ ਫਿਲਮ ਡਾਇਰੈਕਟਰ ਨਵਤੇਜ ਸੰਧੂ ਜੀ ਦੇ ਨਾਲ, ਜਿਨ੍ਹਾਂ ਦੀ ਨਵੀਂ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਮਰੌਦ। ਇਹ ਫਿਲਮ ਨਵੰਬਰ ਦੇ ਅਖੀਰ ਦੇ ਵਿੱਚ ਰਿਲੀਜ਼ ਹੋਏਗੀ। ਨਵਤੇਜ ਜੀ, ਜਿਸ ਤਰ੍ਹਾਂ ਅਸੀਂ ਫਿਲਮ ਦੀ ਗੱਲ ਕਰ ਰਹੇ ਹੈਗੇ ਆ, ਜੇ ਅਸੀਂ ਮਿਊਜ਼ਿਕ ਦੀ ਗੱਲ ਕਰੀਏ ਤੇ ਆਈ ਥਿੰਕ ਮਿਊਜ਼ਿਕ ਫਿਲਮ ਦੇ ਵਿੱਚ ਇੱਕ ਬਹੁਤ ਅਹਿਮ ਰੋਲ ਪਲੇ ਕਰਦਾ ਹੈਗਾ, ਜਾਨ ਪਾ ਦਿੰਦਾ ਹੈ ਫਿਲਮ ਦੇ ਵਿੱਚ ਮਿਊਜ਼ਿਕ। ਸੋ ਇਸ ਫਿਲਮ ਨੂੰ ਮਿਊਜ਼ਿਕ ਕਿਹਨੇ ਦਿੱਤਾ ਹੈ?
ਪੰਜਾਬੀ 뮤직 ਤਾਂ ਵੈਸੇ ਹੀ ਅੱਜ ਦੀ ਭਾਵੇਂ ਬਾਲੀਵੁੱਡ ਲੈ ਲਈਏ ਭਾਵੇਂ ਪੰਜਾਬੀ ਮੂਵੀਜ਼ ਲੈ ਲਈਏ, ਉਹਨਾਂ ਦੀ ਸਕਸੈਸ ਦੇ ਪਿੱਛੇ ਜੇ ਮੈਂ ਆਪਣੀ ਪਰਸਨਲ ਰਾਏ ਦੇਵਾਂ ਤਾਂ ਐਟਲੀਸਟ 50% ਤਾਂ ਹੱਥ 뮤직 ਦਾ ਹੁੰਦਾ ਹੈ। ਜੀ। ਸੋ ਪੰਜਾਬੀ 뮤직 ਤੋਂ ਬਿਨਾ ਤਾਂ ਫਿਲਮਸ ਇੰਪੋਸੀਬਲ ਨੇ। ਐਸੇ ਕਰਕੇ ਅਸੀਂ ਜਮਰੌਦ ਦੇ ਵਿੱਚ ਵੀ ਜਿਹੜਾ 뮤직 ਤਿਆਰ ਕੀਤਾ ਨਾ, ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਹੈ। ਔਰ ਇਹਦੇ ਵਿੱਚ ਇਹ ਨਹੀਂ ਹੈ ਕਿ ਜਿਸ ਤਰ੍ਹਾਂ ਕਈ ਵਾਰੀ ਆਪਾਂ ਨੂੰ ਕਮਰਸ਼ੀਅਲ ਐਂਗਲ ਤੋਂ ਗਾਣੇ ਪਾਣੇ ਪੈ ਜਾਂਦੇ ਆ, ਹਨਾ, ਕਮਰਸ਼ੀਅਲ ਆਸਪੈਕਟ ਤੋਂ ਦੇਖਦੇ ਆ ਕਿ ਚਲੋ ਰਿਟਰਨ ਹੋ ਜਾਂਦੀ ਹੈ ਜਾਂ ਕੁਝ ਵੀ, ਉਹ ਨਾ, ਇਦਾਂ ਦਾ ਕੁਝ ਨਹੀਂ। ਸਾਡੇ 'ਚ ਜਿੰਨੇ ਵੀ ਸੌਂਗਸ ਹੈ ਨਾ, ਉਹ ਸਟੋਰੀ ਨੂੰ ਅੱਗੇ ਲੈ ਕੇ ਚੱਲਦੇ ਆ। ਬਿਨਾਂ ਮਤਲਬ ਦੇ ਕੋਈ ਵੀ ਗਾਣਾ ਨਹੀਂ ਇਹਦੇ ਵਿੱਚ ਹੈਗਾ। ਸੈਕੰਡਲੀ, ਐ ਸਾਡੀ ਮੂਵੀ ਦੇ 뮤직 ਦੀ ਇਹ ਖਾਸੀਅਤ ਹੈ ਕਿ ਮੈਂ ਚਾਹੁੰਦਾ ਸੀ ਕਿ ਜਦੋਂ ਆਡੀਅנס ਇਹ ਮੂਵੀ ਦੇਖੇ ਤਾਂ ਉਹ ਆਪਣੇ ਆਪ ਨੂੰ ਕਨੈਕਟਡ ਫੀਲ ਕਰਨ ਮੂਵੀ ਦੇ ਨਾਲ। ਹੁਣ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਸੀ ਕਿ 1988 ਤੋਂ 1995 ਦੀ ਸਟੋਰੀ ਹੈ। ਜੇ ਮੈਂ ਚਾਹੁੰਦਾ ਤੇ ਅੱਜ ਦੇ ਜੋ ਸਾਡੇ ਅੱਛੇ ਸਿੰਗਰਸ ਨੇ ਜਿਹੜੇ ਕਮਰਸ਼ੀਅਲੀ ਸੈੱਲ ਹੁੰਦੇ ਆ, ਮੈਂ ਉਹਨਾਂ ਕੋਲੋਂ ਵੀ ਗਵਾ ਸਕਦਾ ਸੀ, ਪਰ ਮੇਰੀ ਕੌਨਸ਼ੀਅਸ ਨੇ ਅਲਾਉ ਨਹੀਂ ਕੀਤਾ। ਮੈਨੂੰ ਲੱਗਾ ਕਿ ਜਿਸ ਟਾਈਮ ਦੀ ਕਹਾਣੀ ਹੈ ਨਾ, ਉਸ ਟਾਈਮ ਦੇ ਸਿੰਗਰਸ ਕੋਲੋਂ ਗਵਾਉਂਗਾ ਗਾਣੇ, ਸੋ ਦੈਟ ਉਸ ਟਾਈਪ ਦਾ 뮤직 ਜਿਹੜਾ ਉਸ ਟਾਈਮ ਤੇ ਚੱਲਦਾ ਸੀ, ਉੱਦਾਂ ਦੇ ਫੀਲ ਵਾਲਾ 뮤직 ਸਾਰਾ ਅਸੀਂ ਫਿਰ ਉਸ ਤਰੀਕੇ ਨਾਲ ਤਿਆਰ ਕੀਤਾ। ਜਿਸ ਤਰ੍ਹਾਂ ਸਰਦੂਲ ਸਿਕੰਦਰ ਜੀ ਨੇ ਇਹਦੇ ਵਿੱਚ ਗਾਣਾ ਗਾਇਆ, ਸਰਬਜੀਤ ਚੀਮਾ ਜੀ ਨੇ ਗਾਇਆ, ਦੈਨ ਅਸੀਂ ਰਿਚਾ ਸ਼ਰਮਾ ਜੀ ਕੋਲੋਂ ਗਵਾਇਆ, ਫਿਰ ਮੰਨਤ ਨੂਰ ਉਹਨਾਂ ਕੋਲੋਂ ਗਵਾਇਆ, ਗੁਰਮੀਤ ਸਿੰਘ ਜਿਹੜੇ 뮤직 ਡਾਇਰੈਕਟਰ ਨੇ ਉਹਨਾਂ ਨੇ ਵੀ ਇਹ 'ਚ ਪਲੇਬੈਕ ਸਿੰਗਿੰਗ ਕੀਤੀ ਹੈ। 2 ਨਵੀਆਂ ਆਵਾਜ਼ਾਂ 3 ਨਵੀਆਂ ਆਵਾਜ਼ਾਂ ਨੂੰ ਵੀ ਮੈਂ ਨਵੇਂ ਟੈਲੈਂਟ ਨੂੰ ਵੀ ਮੌਕਾ ਦਿੱਤਾ, ਮੇਰਿਕਾ ਸਿੰਘ, ਅਨੁਜ ਚਤੁਰਵੇਦੀ ਐਂਡ ਮੀਨੂ ਚਤੁਰਵੇਦੀ। ਸੋ ਅਸੀਂ 뮤직 ਦੇ ਨਾਲ ਬਹੁਤ ਜ਼ਿਆਦਾ ਕਹਿ ਸਕਦੇ ਹੋ ਕਿ ਐਕਸਪੈਰੀਮੈਂਟਸ ਵੀ ਕੀਤੇ ਔਰ ਬਹੁਤ ਸਕਸੈਸਫੁਲ ਕੀਤੇ ਆ। ਜਦੋਂ 뮤직 ਆਏਗਾ ਤੁਸੀਂ ਆਪ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ, ਕਿਉਂਕਿ ਇਹਦੇ 'ਚ 뮤직 ਅਸੀਂ ਦਿੱਤਾ ਹੈ ਗੁਰਮੀਤ ਸਿੰਘ ਜੀ ਨੇ ਔਰ ਅਨੁਜ ਚਤੁਰਵੇਦੀ, ਇਹਨਾਂ ਨੇ ਦਿੱਤਾ 뮤직। ਔਰ ਗਾਣੇ ਵੀ ਜਿਹੜੇ ਲਿਖੇ ਨੇ ਅਮਰਦੀਪ ਸਿੰਘ ਗਿੱਲ ਜੀ ਨੇ, ਬਾਬੂ ਸਿੰਘ ਮਾਨ ਜੀ ਨੇ, ਔਰ ਇੱਕ ਤੁਹਾਡੇ ਇੱਥੇ ਕੈਨੇਡਾ ਦਾ ਹੀ ਲੜਕਾ ਬਹੁਤ ਟੈਲੈਂਟਡ ਹੈ ਰਾਜ ਸੰਧੂ, ਇਹਨਾਂ ਨੇ ਲਿਰਿਕਸ ਦਿੱਤੇ ਆ। ਸੋ ਓਵਰਆਲ ਕੰਪਲੀਟ ਪੈਕੇਜ ਹੈ। ਇਹ 'ਚ ਤੁਹਾਡੇ ਕੋਲ ਡਾਂਸਿੰਗ ਨੰਬਰ ਵੀ ਆਏਗਾ ਜੋ ਕਿ ਸਰਬਜੀਤ ਚੀਮਾ ਦੀ ਆਵਾਜ਼ 'ਚ ਹੈ, ਸੈਡ ਗਾਣੇ ਵੀ ਹੈ, ਇਮੋਸ਼ਨਲ ਗਾਣੇ ਵੀ ਹੈ, ਰੋਮਾਂਟਿਕ ਗਾਣੇ ਵੀ ਹੈ, ਹਰ ਤਰ੍ਹਾਂ ਦਾ ਕੰਪਲੀਟ ਪੈਕੇਜ ਹੈ ਔਰ ਕਹਾਣੀ ਨੂੰ ਨਾਲ ਲੈ ਕੇ ਚੱਲਦੇ ਆ। ਜੀ ਐਂਡ ਇਨਫੈਕਟ ਜੇ ਅਸੀਂ ਆਰਟਿਸਟਾਂ ਦੀ ਗੱਲ ਕਰੀਏ, ਜਿਹੜੇ ਟੀਵੀ ਐਕਟਰ, ਜਿਹੜੇ ਫਿਲਮ ਦੇ ਵਿੱਚ ਐਕਟਰਸ ਹੈਗੇ ਨੇ, ਉਹਨਾਂ ਦੀ ਗੱਲ ਕਰੀਏ ਤੇ ਉਹ ਵੀ ਥੀਏਟਰ ਆਰਟਿਸਟ ਹੈਗੇ ਨੇ, ਚਾਹੇ ਉਹ ਆਸ਼ੀਸ਼ ਦੁੱਗਲ ਜੀ ਹੋਣ ਜਾਂ ਸਰਦਾਰ ਸੋਹੀ ਸਾਹਿਬ ਜੀ ਹੋਣ ਜਾਂ ਫਿਰ ਜਤਿੰਦਰ ਕੌਰ ਜੀ ਹੋਣ। ਜੀ ਇਹ ਕਹਾਣੀ ਜਦੋਂ ਅਸੀਂ ਕੀਤੀ ਨਾ ਫਾਈਨਲ, ਤੇ ਇਹ ਮੈਨੂੰ ਪਤਾ ਸੀ ਕਿ ਇਹ ਜਿਹੜੀ ਸਟੋਰੀ ਇਹਦੇ ਨਾਲ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਸਟਿਸ ਹੈ, ਉਹ ਸਿਰਫ ਓਰੀਜਨਲ ਐਕਟਰਸ ਹੀ ਕਰ ਸਕਦੇ ਆ, ਜਿਹੜੇ ਅਸਲੀ ਐਕਟਰਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਰੰਗਮੰਚ ਦੇ ਕਲਾਕਾਰ ਪੰਜਾਬੀ 'ਚ ਕਹੀਏ ਤਾਂ ਥੀਏਟਰ ਬੈਕਗਰਾਊਂਡ ਵਾਲੇ। ਸੋ ਇਹਦੇ ਵਿੱਚ ਵੀ ਜਿੰਨੀ ਕੁ ਮੇਰੀ ਟੀਮ ਹੈ, ਸਾਰੇ ਦੇ ਸਾਰੇ ਥੀਏਟਰ ਬੈਕਗਰਾਊਂਡ ਵਾਲੇ ਆ। ਕਮਰਸ਼ੀਅਲੀ ਦੇਖਣਾ ਹੁੰਦਾ ਤਾਂ ਅਸੀਂ ਓਬਵੀਅਸਲੀ ਸੀ ਸਿੰਗਰ ਐਕਟਰਸ ਵੀ ਲੈ ਸਕਦੇ ਸੀ, ਕਈ ਕੁਝ ਸੀ, ਉਹ ਆਪਣੀ ਜਗ੍ਹਾ ਬਿਲਕੁਲ ਵਧੀਆ ਕੰਮ ਕਰ ਰਹੇ ਆ, ਇਹ 'ਚ ਕੋਈ ਦੋ ਰਾਏ ਨਹੀਂ, ਸੋਹਣਾ ਕੰਮ ਕਰ ਰਹੇ, ਸੋਹਣੀਆਂ ਮੂਵੀਜ਼ ਬਣਾ ਰਹੇ ਆ। ਬਟ ਇਸ ਫਿਲਮ ਦੇ ਨਾਲ, ਇਸ ਕਹਾਣੀ ਨਾਲ ਜਸਟਿਸ ਸਿਰਫ ਥੀਏਟਰ ਆਰਟਿਸਟ ਹੀ ਕਰ ਸਕਦੇ ਸੀ। ਮੈਨੂੰ ਇਹਨਾਂ ਪਤਾ ਹੈ, ਸੌਰੀ ਮੈਂ ਕਿਸੇ ਨੂੰ ਅਟੈਕ ਨਹੀਂ ਕਰ ਰਿਹਾ ਕਿਸੇ ਦੇ ਪਰਸਨਲ, ਬਟ ਇਹ ਐਕਟਰਾਂ ਦੀ ਫਿਲਮ ਹੈ ਜੀ। ਇਸੇ ਲਈ ਫਿਰ ਕੁਲਜਿੰਦਰ ਸਿੱਧੂ, ਸਰਦਾਰ ਸੋਹੀ ਜੀ, ਆਸ਼ੀਸ਼ ਦੁੱਗਲ ਜੀ, ਹਰਵਿੰਦਰ ਬਬਲੀ ਮੈਮ, ਉਹ NSD ਪਾਸ ਆਊਟ, ਜੋਤ ਗਰੇਵਾਲ NSD ਪਾਸ ਆਊਟ, ਹੈ ਨਾ, ਤੁਹਾਡੇ ਇੱਥੋਂ ਟੋਰਾਂਟੋ ਦੇ ਮਨਪ੍ਰੀਤ ਦਿਓਲ, ਉਹਨਾਂ ਦੇ ਮਦਰ ਪਰਮਜੀਤ ਦਿਓਲ, ਇਹ ਬਲੱਡ 'ਚ ਉਹਨਾਂ ਦੇ ਐਕਟਿੰਗ ਹੈ, ਉਹਨਾਂ ਨੇ ਕੰਮ ਕੀਤਾ ਹੈ, ਮਨਪ੍ਰੀਤ ਦਿਓਲ ਨੇ, ਜੋਤ ਅਰੋੜਾ, ਗੁਰਿੰਦਰ ਮਕਨਾ, ਇਹ ਸੋ ਹੋਰ ਵੀ ਐਕਟਰਸ ਨੇ ਜਿੰਨੇ ਵੀ ਇਹ ਸਾਰੇ ਦੇ ਸਾਰੇ ਥੀਏਟਰ ਬੈਕਗਰਾਊਂਡ ਦੇ ਆ। ਉਹਦਾ ਜੋ ਉਸ ਚੀਜ਼ ਦਾ ਰਿਜ਼ਲਟ ਹੈ ਉਹ ਜਮਰੌਦ ਦੇ ਰੂਪ 'ਚ ਸਾਹਮਣੇ ਆਇਆ, ਔਰ ਇਸੇ ਕਰਕੇ ਸਾਡੀ ਮੂਵੀ ਵੈਲ ਔਨ ਟਾਈਮ, ਔਰ ਜੋ ਅਸੀਂ ਪਲਾਨ ਕੀਤਾ ਸੀ ਐਗਜ਼ੈਕਟ ਉਹਨੇ ਦਿਨਾਂ ਦੇ ਵਿੱਚ ਅਸੀਂ ਰਾਈਟ ਸ਼ੈਡਿਊਲ ਦੇ ਵਿੱਚ ਅਸੀਂ ਕੰਪਲੀਟ ਕਰ ਪਾਏ ਹਾਂ, ਕਿਉਂਕਿ ਪਰਫੈਕਟ ਐਕਟਰਸ ਸੀਗੇ, ਜ਼ਿਆਦਾ ਕੋਈ ਰੀਟੇਕਸ ਨਹੀਂ ਹੋਏ, ਕੁਝ ਨਹੀਂ ਹੋਇਆ, ਕਰੈਕਟਰਸ ਨੂੰ ਸਮਝ ਕੇ ਉਹਨਾਂ ਨੇ ਸਾਰਿਆਂ ਨੇ ਕੰਮ ਕੀਤਾ। ਜੀ ਨਵਤੇਜ ਜੀ, ਫਿਲਮ ਡਾਇਰੈਕਟ ਕਰਨ ਤੋਂ ਪਹਿਲਾਂ ਤੁਸੀਂ ਫਿਲਮਾਂ ਦੀ ਪ੍ਰਮੋਸ਼ਨ ਕਾਫੀ ਕੀਤੀ ਹੈ, ਤੁਸੀਂ ਲਗਭਗ 20 ਤੋਂ 25 ਸਾਲ ਤੁਸੀਂ ਫਿਲਮਾਂ ਦੀ ਪ੍ਰਮੋਸ਼ਨ ਕਰਦੇ ਰਹੇ ਹੋ, ਐਂਡ ਹੁਣ ਤੁਸੀਂ ਆਪ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਏ ਹੋ, ਤੁਸੀਂ ਐਜ਼ ਅ ਡਾਇਰੈਕਟਰ ਕਦਮ ਰੱਖਿਆ ਹੈ। ਇੰਨਾ ਟਾਈਮ ਕਿਉਂ ਲਿੱਤਾ ਐਜ਼ ਅ ਡਾਇਰੈਕਟਰ ਸਾਹਮਣੇ ਆਉਣ ਨੂੰ? ਕਿਉਂਕਿ ਤੁਹਾਡੀਆਂ ਫਿਲਮਾਂ ਤੇ ਕੈਨਸ ਫਿਲਮ ਫੈਸਟੀਵਲ ਦੇ ਵਿੱਚ ਗਈਆਂ ਨੇ, ਪਹਿਲੀਆਂ ਫਿਲਮਾਂ ਨੇ ਜਿਹੜੀਆਂ ਫਿਲਮ ਫੈਸਟੀਵਲ ਦੇ ਵਿੱਚ ਗਈਆਂ ਨੇ, ਔਰ ਤੁਸੀਂ ਸ਼ਾਰਟ ਫਿਲਮਾਂ ਤੋਂ ਸ਼ੁਰੂਆਤ ਕਿਉਂ ਕੀਤੀ? ਕਿਉਂਕਿ ਜਿਹੜਾ ਸ਼ਾਰਟ ਫਿਲਮਾਂ ਦਾ ਜਿਹੜਾ ਬਿਜ਼ਨਸ ਹੈਗਾ ਉਸ ਵਿੱਚ ਕੋਈ ਖਾਸ ਪ੍ਰੋਫਿਟ ਨਹੀਂ ਹੁੰਦਾ ਹੈ।
ਹਾਂਜੀ, ਮੇਰਾ ਡਾਇਰੈਕਸ਼ਨ ਲਾਈਨ ਵੱਲ ਆਉਣ ਦਾ ਰੀਜ਼ਨ ਵੀ ਇੱਕ ਇਹ ਵੀ ਸੀ ਕਿ ਉਸ ਟਾਈਮ ਮੈਂ 2013 ਚ ਪਹਿਲੀ ਸ਼ਾਰਟ ਫਿਲਮ ਕੀਤੀ ਨੂਰਾਂ। ਉਸ ਤੋਂ ਪਹਿਲੇ ਤੁਸੀਂ ਡਾਟਾ ਕੱਢ ਕੇ ਦੇਖੀਏ ਤਾਂ ਜਿਸ ਟਾਈਪ ਦੀਆਂ ਸਾਡੀਆਂ ਮੂਵੀਜ਼ ਆਉਂਦੀਆਂ ਸੀ, ਮੈਂ ਅੱਛੀਆਂ ਮੂਵੀ ਸੀ, ਇਹ 'ਚ ਕੋਈ ਸ਼ੱਕ ਨਹੀਂ, ਕਮਰਸ਼ੀਅਲੀ ਬਹੁਤ ਸਕਸੈਸਫੁਲ ਵੀ ਉਹ 'ਚ ਹੋਈਆਂ, ਬਟ ਉਹ ਇੱਕੋ ਤਰ੍ਹਾਂ ਦੀ ਨਾ ਮੋਨੋਟਸ ਜਿਹਾ ਹੋ ਗਿਆ ਸੀ ਕੰਮ, ਇੱਕੋ ਟਾਈਪ ਦੀਆਂ ਹੀ ਆਉਣ ਲੱਗ ਪਿਆ ਸੀ, ਕਾਮੇਡੀ ਤੋਂ ਇਲਾਵਾ ਹੋਰ ਆਉਂਦਾ ਹੀ ਕੁਝ ਨਹੀਂ ਸੀ ਜੀ। ਸੋ ਕਿਤੇ ਨਾ ਕਿਤੇ ਮਨ 'ਚ ਦੁੱਖ ਹੁੰਦਾ ਸੀ ਕਿ ਸਾਨੂੰ ਪੁਰਾਣੀਆਂ ਯਾਦ ਆਉਂਦੀਆਂ ਸੀ, ਯਾਰ ਸਾਡੀਆਂ ਮੂਵੀਜ਼ ਚੰਨ ਪਰਦੇਸੀ, ਲੌਂਗ ਦਾ ਲਿਸ਼ਕਾਰਾ, ਹਨਾ, ਵਾਰਿਸ, ਏਕ ਚਾਦਰ ਮੈਲੀ ਸੀ, ਉਸ ਟਾਈਪ ਦਾ ਲਿਟਰੇਚਰ ਔਰ ਇੰਨਾ ਕੁਛ ਹੈ, ਤੇ ਅਸੀਂ ਕਿਉਂ ਨਹੀਂ ਉਹਨਾਂ 'ਚੋਂ ਕਹਾਣੀਆਂ ਲੈ ਕੇ ਬਣਾ ਰਹੇ। ਬਟ ਚਲੋ ਕਮਰਸ਼ੀਅਲੀ ਸਾਰੇ ਬਣਾਉਂਦੇ ਸੀ, ਉਹ ਲਿਟਰੇਚਰ ਨੂੰ ਕਿਸੇ ਨੇ ਛੇੜਿਆ ਨਹੀਂ। ਫਿਰ ਮੇਰੇ ਕੋਲ ਨੂਰਾਂ ਦੀ ਸਟੋਰੀ ਜਿਹੜੀ ਬਲਵੰਤ ਗਾਰਗੀ ਜੀ ਦੀ ਆਈ ਮੇਰੇ ਹੱਥ 'ਚ, ਮੈਂ ਕਿਹਾ ਇਹਦੇ 'ਤੇ ਫਿਲਮ ਕਰਨੀ ਹੈ, ਮੈਂ ਚਲੋ ਇਹ ਵੀ ਕਰਕੇ ਦੇਖਦਾ। ਮੈਂ ਨੂਰਾਂ ਬਣਾਈ, ਬਹੁਤ ਸਕਸੈਸਫੁਲ ਹੋਈ, ਹੌਸਲਾ ਮਿਲਿਆ। ਦੈਨ ਅੱਗੋਂ ਕੰਬ ਦੀ ਡਿਓੜੀ, ਡਾਟਰ ਆਫ ਦਾ ਬਿਨ। ਸੋ ਮੈਂ ਕਹਿ ਸਕਦਾ ਕਿ ਮੈਨੂੰ ਡਾਇਰੈਕਟਰ ਐਜ਼ ਅ ਡਾਇਰੈਕਟਰ ਬਣਨ ਦੇ ਪਿੱਛੇ ਵੀ ਸਾਡੀ ਪੰਜਾਬੀ ਉਸ ਟਾਈਮ ਦੀਆਂ ਫਿਲਮਾਂ ਦਾ ਬਹੁਤ ਵੱਡਾ ਹੱਥ ਸੀ, ਉਸ ਟਾਈਮ ਦੇ ਮੇਕਰਸ ਦਾ। ਕਹਿ ਲਓ ਕਿ ਅਸੀਂ ਥੋੜ੍ਹਾ ਜਿਹਾ ਆਪ ਨੂੰ ਲੱਗਣ ਲੱਗ ਪਿਆ ਸੀ ਕਿ ਨਹੀਂ ਯਾਰ, ਕੋਈ ਮੀਨਿੰਗਫੁਲ ਆਉਣਾ ਚਾਹੀਦਾ ਅੱਗੇ। ਐਟਲੀਸਟ ਜਦੋਂ ਅਸੀਂ ਇੰਨੇ ਪੈਸੇ ਖਰਚ ਕੇ ਥੀਏਟਰ 'ਚ ਜਾਂਦੇ ਹਾਂ ਤਾਂ ਕੋਈ ਕਹਾਣੀ ਤਾਂ ਦਿਖੇ ਸਕਰੀਨ ਦੇ ਉੱਤੇ, ਕੋਈ ਕੰਟੈਂਟ ਤਾਂ ਦਿਖੇ। ਹਾਸਾ ਬਹੁਤ ਜ਼ਰੂਰੀ ਹੈ, ਬਟ ਇੰਨਾ ਵੀ ਨਹੀਂ ਬੇਸਿਰ ਪੈਰ ਕਿ ਅਸੀਂ ਕੁਝ ਕੰਟੈਂਟ ਹੀ ਮਿਸ ਕਰ ਜੀ ਆਪਣਾ। ਸੋ ਦੈਟਸ ਵਾਈ ਮੈਂ ਫਿਰ ਲਿਟਰੇਚਰ 'ਚੋਂ ਕਹਾਣੀਆਂ ਲੈ ਕੇ ਖੁਦ ਡਾਇਰੈਕਸ਼ਨ ਵਾਲੇ ਪਾਸੇ ਆਇਆ, ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਉਸ ਤੋਂ ਬਾਅਦ ਅਵੇਅਰਨੈਸ ਆਈ, ਹੌਲੀ ਹੌਲੀ ਲੋਕਾਂ ਨੇ, ਕਈ ਡਾਇਰੈਕਟਰਸ ਨੇ, ਮੇਕਰਸ ਨੇ ਲਿਟਰੇਚਰ 'ਚੋਂ ਕਹਾਣੀਆਂ ਲੈ ਕੇ, ਆਈਡੀਆਜ਼ ਲੈ ਕੇ ਫਿਲਮਾਂ ਬਣਾਉਣੀ ਸ਼ੁਰੂ ਕੀਤੀਆਂ, ਔਰ ਸੈਂਸੇਬਲ ਫਿਲਮਸ ਉਸ ਤੋਂ ਬਾਅਦ ਆਉਣੀਆਂ ਸ਼ੁਰੂ ਹੋ ਗਈਆਂ। ਜੀ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਤੱਕ ਸਾਡੀ ਇੰਡਸਟਰੀ ਦੇ ਵਿੱਚੋਂ ਕੋਈ ਪੰਜਾਬੀ ਫਿਲਮ ਕਿਸੇ ਵੱਡੇ ਫਿਲਮ ਫੈਸਟੀਵਲ ਦੇ ਵਿੱਚ ਕਿਉਂ ਨਹੀਂ ਪਹੁੰਚੀ ਹੈ? ਇਹਦੇ 'ਚ ਮੇਰਾ ਇਹ ਮੰਨਣਾ ਹੈ ਕਿ ਇੱਕ ਤਾਂ ਲੈਕ ਆਫ ਅਵੇਅਰਨੈਸ, ਇੱਕ ਵਿਲਿੰਗਨੈਸ, ਤੁਹਾਡੀ ਖੁਦ ਦੀ ਮਰਜ਼ੀ, ਹੈ ਨਾ, ਕਿਉਂਕਿ ਫੀਚਰ ਫਿਲਮ ਵਾਲਿਆਂ ਨੂੰ ਓਬਵੀਅਸਲੀ ਇਹ ਹੁੰਦਾ ਕਿ ਕਮਰਸ਼ੀਅਲ ਪੁਆਇੰਟ ਆਫ ਵਿਊ ਤੋਂ ਬਣਦੀਆਂ ਨੇ ਫੀਚਰ ਫਿਲਮਸ। ਜਿਨ੍ਹਾਂ ਨੇ ਇਨਵੈਸਟ ਕਰਨਾ ਹੈ, ਇਟਸ ਓਬਵੀਅਸ ਕਿ ਉਹਨਾਂ ਨੂੰ ਰਿਟਰਨ ਵੀ ਮਿਲਣੀ ਚਾਹੀਦੀ ਹੈ, ਤਾਂ ਹੀ ਉਹ ਤਾਂ ਅਗਲੀ ਫਿਲਮ ਬਣਾ ਸਕਣਗੇ ਜੀ। ਸੋ ਉਹ ਸਿਰਫ ਮੂਵੀ ਬਣਾਈ, ਪ੍ਰਮੋਟ ਕੀਤੀ, ਥੀਏਟਰ 'ਚ ਲਗਾਈ, ਡਿਜੀਟਲ 'ਤੇ ਦੇ ਦਿੱਤੀ, ਉਸ ਤੋਂ ਬਾਅਦ ਕੰਮ ਖਤਮ। ਬਟ ਉਹ ਉਹੀ ਗੱਲ ਜਿਹੜਾ ਮੈਂ ਪਹਿਲਾਂ ਕਿਹਾ ਕਿ ਲੈਕ ਆਫ ਅਵੇਅਰਨੈਸ ਵੀ ਕਹਿ ਸਕਦੇ ਹਾਂ, ਜਾਂ ਪ੍ਰੋਡਿਊਸਰਸ ਦੀ ਬਾਅਦ 'ਚ ਮਰਜ਼ੀ ਨਹੀਂ ਸੀ ਹੁੰਦੀ, ਉਹ ਕਦੀ ਉਸ ਪਾਸੇ ਸੋਚਦੇ ਨਹੀਂ ਸੀ ਕਿ ਅਸੀਂ ਇਹਨਾਂ ਨੂੰ ਫੈਸਟੀਵਲਸ ਤੱਕ ਪਹੁੰਚਾ ਕੇ ਇਹਨਾਂ ਦਾ ਅਸੀਂ ਇਹਦੀ ਰੀਚ ਹੋਰ ਜ਼ਿਆਦਾ ਵੱਡੀ ਕਰ ਸਕਦੇ ਹਾਂ। ਕਿਉਂਕਿ ਜਿਹੜਾ ਵਰਲਡ ਸਿਨੇਮਾ ਜਿੱਥੇ ਜਾਂਦਾ ਨਾ, ਇਹ ਜਿਹੜੇ ਜਾਂਦੇ ਨੇ ਉਹਨਾਂ ਨੂੰ ਪਤਾ ਕਿ ਕਿੰਨਾ ਵੱਡਾ ਪਲੇਟਫਾਰਮ ਹੈ। ਅਸੀਂ ਤਾਂ ਖੂਹ ਦੇ ਡੱਡੂ ਬਣ ਕੇ ਇੱਕ ਜਗ੍ਹਾ ਤੇ ਹੀ ਬਸ ਰਹਿ ਰਹੇ ਹਾਂ, ਬਣਾਈ, ਥੀਏਟਰ ਚਲਾਈ, ਕੰਮ ਖਤਮ। ਬਟ ਬਾਹਰ ਨਿਕਲ ਕੇ ਦੇਖੋ ਕਿੰਨੀ ਵੱਡੀ ਮਾਰਕੀਟ ਹੈ। ਤੇ ਜੇ ਸਾਡੀ ਇੰਨੀ ਸੋਹਣੀਆਂ ਪਿਕਚਰਸ ਵੀ ਕਈ ਬਣੀਆਂ ਨੇ ਪਿੱਛੇ, ਜੇ ਫੀਚਰ ਫਿਲਮਸ ਬਣੀਆਂ, ਜੇ ਕਿਤੇ ਉਹ ਜਾਂਦੀਆਂ ਫਿਲਮ ਫੈਸਟੀਵਲ 'ਚ ਤਾਂ ਡੈਫੀਨੇਟਲੀ ਉਹਨਾਂ ਨੂੰ ਕੁਛ ਨਾ ਕੁਛ ਐਕਵਾਇਰ ਕਰਕੇ ਆਉਣਾ ਸੀ, ਉਹਨਾਂ ਨੂੰ ਮਿਲਣਾ ਹੀ ਸੀ। ਬਟ ਕਿਉਂਕਿ ਖਰਚਾ ਵੀ ਹੁੰਦਾ ਬਾਅਦ 'ਚ ਦੁਬਾਰਾ, ਇਹ ਵੀ ਨਹੀਂ ਕਿ ਤੁਸੀਂ ਬਣਾਈ, ਫਾਰਮ ਭਰਤਾ ਤਾਂ ਫਿਲਮ ਚਲੀ ਗਈ, ਇਸ ਤਰ੍ਹਾਂ ਨਹੀਂ ਹੁੰਦਾ। ਖਰਚਾ ਵੀ ਹੁੰਦਾ ਹੈ, ਫੀਸ ਹੁੰਦੀ ਹੈ, ਹੋਰ ਖਰਚੇ ਬਹੁਤ ਹੁੰਦੇ ਆ, ਟਰੈਵਲਿੰਗ ਬਹੁਤ ਹੁੰਦੀ ਹੈ, ਵਰਲਡ ਵਾਈਡ ਫੈਸਟੀਵਲਸ ਹੈ। ਸ਼ਾਇਦ ਉਸ ਖਰਚੇ ਨੂੰ ਬਚਾਉਣ ਲਈ ਜਾਂ ਉਸ ਪਾਸੇ ਨੂੰ ਸੋਚਦੇ ਨਹੀਂ ਸੀ ਬਾਅਦ 'ਚ ਕੋਈ, ਤਾਂ ਇਹ ਥੋੜ੍ਹਾ ਕਹਿੰਦੇ ਪੰਜਾਬੀ 'ਚ ਵੀ ਘੋਲ ਕਰ ਜਾਂਦੇ ਵੀ ਚਲੋ ਕੀ ਭੇਜਣੀ, ਲੱਗ ਗਈ ਥੀਏਟਰ 'ਚ, ਲੋਕਾਂ ਨੇ ਦੇਖ ਲਈ, ਕੰਮ ਖਤਮ। ਬਟ ਨਹੀਂ, ਐਸ ਖੂਹ ਤੋਂ ਬਾਹਰ ਨਿਕਲੋ, ਦਰਿਆ ਬਾਹਰ ਸਮੁੰਦਰ ਹੈ ਬਹੁਤ ਵੱਡਾ ਵਰਲਡ ਸਿਨੇਮਾ। ਸੋ ਫੈਸਟੀਵਲ 'ਚ ਜਾਣਾ ਚਾਹੀਦਾ ਜ਼ਰੂਰ। ਜੀ ਨਵਤੇਜ ਜੀ, ਜਿਸ ਤਰ੍ਹਾਂ ਅਸੀਂ ਪੰਜਾਬੀ ਇੰਡਸਟਰੀ ਦੀ ਗੱਲ ਕਰ ਰਹੇ ਹਾਂ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਤੁਸੀਂ ਕਾਫੀ ਟਾਈਮ ਤੋਂ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ, ਸੋ ਹੁਣ ਤੱਕ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਕਿੰਨੀ ਗਰੋਥ ਵੇਖੀ ਹੈ, ਕਿੰਨੀ ਇੰਪਰੂਵਮੈਂਟ ਵੇਖੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਗਰੋਥ ਤੁਹਾਨੂੰ ਲੱਗਦਾ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਵੇਖੀ ਜਾਏਗੀ? ਗਰੋਥ ਤਾਂ ਬਹੁਤ ਹੈ ਜੀ, ਅਜੇ ਤੱਕ ਕੋਈ ਦੋ ਰਾਏ ਨਹੀਂ। ਅਸੀਂ ਪੁਰਾਣੀਆਂ ਮੂਵੀਜ਼ ਦੇ ਅਕੋਰਡਿੰਗਲੀ ਟੈਕਨੀਕਲੀ ਜੇ ਗੱਲ ਕਰੀਏ ਤਾਂ ਅਸੀਂ ਬਹੁਤ ਹੀ ਜ਼ਿਆਦਾ ਇੰਪਰੂਵ ਹੋ ਚੁੱਕੇ ਹਾਂ। ਮਤਲਬ ਮੈਨੂੰ ਲੱਗਦਾ ਕਿ ਇਸ ਵੇਲੇ ਟੈਕਨੀਕਲੀ ਟੌਪ ਦਾ ਟਾਈਮ ਚੱਲ ਰਿਹਾ ਆਪਣਾ, ਟੈਕਨੀਕਲੀ ਬਹੁਤ ਸੋਲਿਡ ਆ, ਬਹੁਤ ਸਟਰੋਂਗ ਆ ਆਪਣਾ ਪੰਜਾਬੀ ਸਿਨੇਮਾ, ਬਹੁਤ ਅੱਛਾ ਚੱਲ ਰਿਹਾ, ਬਹੁਤ ਵਧੀਆ ਮੇਕਰਸ ਨੇ ਔਰ ਬੜੀ ਅੱਛੀ ਟੈਕਨੀਕਲ ਟੀਮਸ ਨਾਲ ਕੰਮ ਕਰਦੇ ਆ। ਉਹਨਾਂ ਨੂੰ ਕੰਟੈਂਟ ਦੀ, ਉਹਦੀ ਟੈਕਨੀਕਲ ਪੁਆਇੰਟ ਆਫ ਵਿਊ ਤੋਂ ਅਵੇਅਰਨੈਸ ਪੂਰੀ ਹੈ ਵੀ ਕੀ ਅੱਜ ਮੰਗਦੇ, ਕਿਉਂਕਿ ਸਾਡੇ ਕੋਲ ਅੱਜ ਆਪਸ਼ਨਸ ਬਹੁਤ ਨੇ। ਸਾਨੂੰ ਇੱਕ ਚੀਜ਼ ਹਲਕੀ ਲੱਗੀ, ਟੈਕਨੀਕਲੀ ਮਾੜੀ ਲੱਗੀ, ਆਡੀਅנס ਨੇ ਉਹਨੂੰ ਛੱਡ ਕੇ ਦੂਜੇ ਪਲੇਟਫਾਰਮ ਤੋਂ ਜਾ ਕੇ ਕਿਸੇ ਹੋਰ ਰੀਜਨ ਦੀ ਦੇਖਣ ਲੱਗ ਪੈਣਗੇ ਮੂਵੀਜ਼, ਕਿਉਂਕਿ ਅੱਜ ਆਡੀਅנס ਕੋਲ ਆਪਸ਼ਨਸ ਬਹੁਤ ਆ ਗਈਆਂ। ਸੋ ਟੈਕਨੀਕਲੀ ਤਾਂ ਅਸੀਂ ਬਹੁਤ ਜ਼ਿਆਦਾ ਗਰੋ ਕਰ ਗਏ ਹਾਂ। ਜਿਹੜੇ ਕੰਟੈਂਟ ਵਾਈਜ਼ ਹੈ ਉਹ ਵੀ ਅਸੀਂ ਇੰਪਰੂਵ ਕਾਫੀ ਕਰ ਚੁੱਕੇ ਹਾਂ। ਮਤਲਬ ਇਹ ਨਹੀਂ ਕਿ ਅਸੀਂ ਬਿਲਕੁਲ ਹੀ ਕਰ ਗਏ ਹਾਂ, ਉਹ ਵੀ ਨਹੀਂ, ਬਟ ਕਾਫੀ ਜ਼ਿਆਦਾ ਇੰਪਰੂਵ ਕਰ ਚੁੱਕੇ ਹਾਂ ਅਜੇ, ਪਰ ਥੋੜੀ ਹੋਰ ਜ਼ਰੂਰਤ ਹੈ। ਥੋੜਾ ਜਿਹਾ ਤੁਸੀਂ ਕਮਰਸ਼ੀਅਲ ਜ਼ਰੂਰ ਬਣਾਓ, ਬਟ ਕੰਟੈਂਟ ਕੁਝ ਜੇ ਮੇਰੀ ਮੰਨੋ, ਮੈਂ ਜੇ ਆਪਣੀ ਚੋਇਸ ਦੇਵਾਂ ਜਾਂ
ਆਪਣੀ ਵਿਸ਼ ਦੱਸਾਂ ਤਾਂ ਲਿਟਰੇਚਰ ਚੋਂ ਲੈ ਕੇ ਤੁਸੀਂ ਉਹਨੂੰ ਥੋੜਾ ਬਹੁਤਾ ਮੋਲਡ ਕਰਕੇ ਉਹਨੂੰ ਕਮਰਸ਼ੀਅਲ ਐਂਗਲ ਤੋਂ ਬਣਾਓ, ਬਟ ਬਹੁਤ ਸੋਹਣੇ ਸੋਹਣੇ ਤੁਹਾਨੂੰ ਕੰਟੈਂਟ ਮਿਲਣਗੇ। ਪੰਜਾਬੀ ਲਿਟਰੇਚਰ ਬਹੁਤ ਰਿਚ ਹੈ, ਜੀ ਸੋ ਜੀ। ਬਹੁਤ ਜ਼ਿਆਦਾ ਇੰਪਰੂਵਮੈਂਟ ਹੈ, ਬਹੁਤ ਜ਼ਿਆਦਾ। ਜੀ ਜੀ ਬਿਲਕੁਲ। ਨਵਤੇਜ ਜੀ, ਜਾਂਦੇ ਜਾਂਦੇ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸਣਾ ਚਾਹੋਗੇ ਕਿ ਜਿਹੜੀ ਜਮਰੌਦ ਫਿਲਮ ਹੈ ਉਹ ਕਿਹੜੇ ਜੀ। ਪਲੇਟਫਾਰਮ ਤੇ ਰਿਲੀਜ਼ ਕੀਤੀ ਜਾਏਗੀ ਤੇ ਕਦੋਂ ਰਿਲੀਜ਼ ਹੋਏਗੀ? ਜਮਰੌਦ ਨੂੰ ਡਾਇਰੈਕਟ ਟੂ ਡਿਜੀਟਲ ਰਿਲੀਜ਼ ਕਰਨ ਜਾ ਰਹੇ ਹਾਂ ਔਰ ਹੋਪਫੁਲੀ ਇਹ ਐਂਡ ਆਫ ਦਿਸ ਮੰਥ ਨਵੰਬਰ ਵਰਲਡ ਵਾਈਡ ਰਿਲੀਜ਼ ਇਹਦਾ ਵਰਲਡ ਪ੍ਰੀਮੀਅਰ ਚੌਪਾਲ ਦੇ ਉੱਤੇ ਹੋਏਗਾ। ਦੈਨ ਇਹਨੂੰ ਸਾਡੇ ਸਾਰੇ ਆਡੀਅנס, ਸਾਰੇ ਦਰਸ਼ਕ ਚੌਪਾਲ ਐਪ ਨੂੰ ਡਾਊਨਲੋਡ ਕਰਕੇ ਸਬਸਕ੍ਰਾਈਬ ਕਰਕੇ ਜਮਰੌਦ ਪਲੱਸ ਹੋਰ ਕੰਟੈਂਟ ਵੀ ਇਹਦੇ ਉੱਤੇ ਦੇਖ ਸਕਣਗੇ। ਸੋ ਮੇਰੀ ਸਾਰਿਆਂ ਤੋਂ ਆਡੀਅנס ਨੂੰ ਇਹੀ ਰਿਕੁਐਸਟ ਹੈ ਕਿ ਜਿੱਦਾਂ ਦਾ ਸਿਨੇਮਾ ਅਸੀਂ ਮੰਗਦੇ ਹਾਂ, ਜਿਸ ਤਰ੍ਹਾਂ ਦਾ ਅਸੀਂ ਸੋਸ਼ਲ ਮੀਡੀਆ 'ਤੇ ਕਮੈਂਟਸ ਕਈ ਵਾਰੀ ਕਰ ਜਾਂਦੇ ਆ ਕਿ ਇਦਾਂ ਦਾ ਸਿਨੇਮਾ ਚਾਹੀਦਾ, ਜੀ ਜਮਰੌਦ ਤੁਹਾਡੇ ਸਾਹਮਣੇ ਉਹ ਸਿਨੇਮਾ ਆ ਗਿਆ। ਸੋ ਜੇ ਤੁਸੀਂ ਵਾਕਈ ਸਿੰਸੀਅਰ ਹੋ ਪੰਜਾਬੀ ਸਿਨੇਮੇ ਲਈ, ਡੈਡੀਕੇਸ਼ਨ ਹੈ, ਤਾਂ ਸਾਨੂੰ ਵੀ ਸਪੋਰਟ ਕਰਿਓ, ਜਮਰੌਦ ਜ਼ਰੂਰ ਦੇਖਿਓ ਔਰ ਆਪਣੇ ਕਮੈਂਟਸ ਵੀ ਦਿਓ। ਮੇਰਾ ਪ੍ਰੋਮਿਸ ਹੈ ਤੁਹਾਨੂੰ ਕਿ ਤੁਹਾਨੂੰ ਇਹ ਮੂਵੀ ਬਹੁਤ ਪਸੰਦ ਆਏਗੀ ਔਰ ਇੱਕ ਕਹਿ ਸਕਦੇ ਹੋ ਕਿ ਲਾਇਬ੍ਰੇਰੀ ਕਲੈਕਸ਼ਨ ਟਾਈਪ ਹੈ ਮੂਵੀ ਹੈ। ਜੀ ਜੀ ਬਿਲਕੁਲ। ਆਪਣੇ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹਾਂਗੇ ਕਿ ਜਿਹੜੀ ਜੀ ਜੀ ਬਿਲਕੁਲ, ਆਪਣੇ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹਾਂਗੇ ਕਿ ਜਿਹੜੀ ਫਿਲਮ ਜਮਰੌਦ ਹੈਗੀ ਹੈ ਉਹ ਵਰਿਆਮ ਸਿੰਘ ਸੰਧੂ ਵੱਲੋਂ ਲਿਖੀ ਕਿਤਾਬ ਦੇ ਉੱਤੇ ਆਧਾਰਿਤ ਹੈਗੀ ਹੈ। ਵਰਿਆਮ ਸਿੰਘ ਸੰਧੂ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਨਾਮ ਹੈਗਾ ਹੈ, ਪੰਜਾਬ ਦੇ ਵਿੱਚ ਬਹੁਤ ਵੱਡੇ ਰਾਈਟਰ ਰਹੇ ਨੇ, ਲੇਖਕ ਰਹੇ ਨੇ। ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਫਿਲਮ ਜਮਰੌਦ ਹੈਗੀ ਹੈ ਲੋਕੀ ਉਸ ਨੂੰ ਵੱਧ ਚੜ੍ਹ ਕੇ ਸਪੋਰਟ ਦੇਣਗੇ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਫਿਲਮਾਂ ਨੇ ਉਹ ਅੱਗੇ ਵੀ ਤੁਸੀਂ ਬਣਾਉਂਦੇ ਰਹੋ। ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ ਐਂਡ ਵੀ ਵਿਸ਼ ਯੂ ਗੁੱਡ ਲੱਕ। ਥੈਂਕਸ ਅ ਲੋਟ ਜਸਲੀਨ ਜੀ ਔਰ ਪੀਟੀਸੀ ਨੈਟਵਰਕ, ਜਿਨ੍ਹਾਂ ਨੇ ਹਮੇਸ਼ਾ ਮੈਨੂੰ ਬਹੁਤ ਸਪੋਰਟ ਕੀਤੀ ਹੈ ਔਰ ਹੁਣ ਵੀ ਤੁਹਾਡੇ ਪਲੇਟਫਾਰਮ ਦੇ ਥਰੂ ਅਸੀਂ ਪੂਰੀ ਦੁਨੀਆ 'ਚ ਇਹਦੀ ਆਵਾਜ਼ ਪਹੁੰਚਾਵਾਂਗੇ। ਥੈਂਕ ਯੂ ਸੋ ਮਚ ਫॉर ਦਿਸ ਵੰਡਰਫੁਲ ਸਪੋਰਟ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ, ਗੁੱਡ ਲੱਕ। ਥੈਂਕ ਯੂ।